ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਆਪਾਂ ਅੱਜ ਗੱਲ ਕੈਨੇਡਾ ਦੀ ਵੀ ਕਰਾਂਗੇ, ਆਸਟ੍ਰੇਲੀਆ ਦੀ ਕਰਾਂਗੇ। ਕੈਨੇਡਾ ਨੂੰ ਲੈ ਕੇ ਬਹੁਤ ਸਾਰੀਆਂ ਅਸੀਂ ਰੂਮਰਸ ਵੀ ਕਹਿ ਸਕਦੇ ਹਾਂ, ਕੁਝ ਸਵਾਲ ਇਹ ਵੀ ਬਣੇ ਹੋਏ ਨੇ ਜਿਹੜੇ ਸਟੂਡੈਂਟਸ ਨੂੰ ਵਾਪਿਸ ਭੇਜਿਆ ਗਿਆ ਸੀ, ਕੀ ਕਾਰਨ ਰਹੇ ਤੇ ਆਸਟ੍ਰੇਲੀਆ ਵਿੱਚ ਹੁਣ ਕਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਨੇ, ਕਿਵੇਂ ਦਾ ਰਿਜ਼ਲਟ ਆ ਰਿਹਾ, ਵਰਕ ਪਰਮਿਟ ਨੂੰ ਲੈ ਕੇ, ਵਰਕਿੰਗ ਆਵਰਸ ਨੂੰ ਲੈ ਕੇ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ। ਸੋ ਸਾਰੇ ਸਵਾਲ ਅੱਜ ਦੇ ਸ਼ੋਅ ਵਿੱਚ ਆਪਾਂ ਕਲੀਅਰ ਕਰਨੇ ਨੇ, ਇਸ ਲਈ ਪੂਰਾ ਸ਼ੋਅ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ ਹੈ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਸ਼ੈਵੀ ਟਿਵਾਣਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕੈਨੇਡਾ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਅਫਵਾਹਾਂ, ਰਿਊਮਰਸ ਕਿ ਕੈਨੇਡਾ ਕਲੋਜ਼ ਹੋ ਰਿਹਾ ਹੈ। ਦੂਜੀ ਗੱਲ ਤੋਂ ਸਟੂਡੈਂਟਸ ਇਸ ਤੋਂ ਵੀ ਖਬਰ ਤੋਂ ਘਬਰਾ ਗਏ ਕਿ ਕੁਝ ਸਟੂਡੈਂਟਸ ਜੋ ਵਾਪਿਸ ਆਏ। ਸੋ ਕੁੱਲ ਮਿਲਾ ਕੇ ਅਗਰ ਆਪਾਂ ਦੇਖਦੇ ਹਾਂ ਕਿਸ ਤਰੀਕੇ ਦਾ ਦਿਖਦਾ ਹੈ ਕੈਨੇਡਾ, ਕਿਉਂਕਿ ਕਈ ਫਾਈਲਸ ਲੱਗੀਆਂ ਵੀ ਹੋਈਆਂ ਨੇ, ਸਟੂਡੈਂਟਸ ਹੁਣ ਫਾਈਲ ਲਗਾ ਵੀ ਰਹੇ ਨੇ। ਦੇਖੋ ਕੈਨੇਡਾ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਕਾਫੀ ਜ਼ਿਆਦਾ ਬਦਲਾਅ ਆਏ ਨੇ ਕੈਨੇਡਾ ਦੇ ਵਿੱਚ। ਸੋ ਜਿਹੜੇ ਨਵੇਂ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਥੋੜਾ ਡਰੇ ਪਏ ਨੇ। ਦੇਖੋ ਜਿਹੜੇ ਕੈਨੇਡਾ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਨੇ ਕੈਨੇਡਾ ਹੀ ਜਾਣਾ, ਉਹ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ, ਸੋ ਉਹ ਜਾਣਗੇ ਉੱਥੇ। ਉਹਨਾਂ ਦੇ ਲਈ ਇੱਕ ਮੈਸੇਜ ਆ ਕਿ ਕੈਨੇਡਾ ਦੇ ਵਿੱਚ ਕੋਈ ਵੀ ਸਟੂਡੈਂਟ ਚਾਹੇ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਦੇਖੋ ਸਟੂਡੈਂਟ ਵੀਜ਼ਾ ਤਾਂ ਅਪਲਾਈ ਹੁੰਦਾ, ਬਟ ਉਹਨਾਂ ਦੇ ਪੇਰੈਂਟਸ ਟੂਰਿਸਟ ਵੀਜ਼ਾ ਵੀ ਅਪਲਾਈ ਕਰਦੇ ਨੇ, ਜਾਂ ਕਿਸੇ ਨੂੰ ਮਿਲਣ ਜਾਣ ਲਈ ਵਿਜ਼ਟਰ ਵੀਜ਼ਾ ਵੀ ਅਪਲਾਈ ਕਰ ਲੈਂਦੇ ਹੁੰਦੇ ਨੇ। ਸੋ ਵੀਜ਼ੇ ਸਾਰੇ ਓਪਨ ਨੇ, ਬਸ ਟਾਈਮ ਲੱਗਦਾ ਪਿਆ। ਦੇਖੋ ਕਾਫੀ ਜ਼ਿਆਦਾ ਫਾਈਲਾਂ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ, ਜਿਹਦੇ ਕਰਕੇ ਰਿਜ਼ਲਟ ਤੁਹਾਡੇ ਜਿਹੜਾ 3 ਮਹੀਨੇ 'ਚ ਰਿਜ਼ਲਟ ਆਉਂਦਾ ਸੀ, ਉਹ ਅੱਜ 6 ਮਹੀਨੇ ਜਾਂ 9 ਮਹੀਨੇ ਦਾ ਟਾਈਮ ਲੈ ਰਿਹਾ ਓਵਰਆਲ। ਤੇ ਕੁਛ ਟਾਈਮ ਤੋਂ ਪਹਿਲਾਂ ਵੀ ਰਿਜ਼ਲਟ ਮਿਲਦੇ ਪਏ ਨੇ। ਹੁਣ ਦੇਖੋ ਕੈਨੇਡਾ ਦੇ ਵਿੱਚ ਕੁਝ ਸਟੂਡੈਂਟਸ ਨੂੰ, ਜਾਂ ਤੁਸੀਂ ਲਾ ਲਓ ਵੀ 120 ਜਾਂ 17 ਕੁ ਸਟੂਡੈਂਟਸ ਨੇ ਜਿਹੜੇ ਇੰਡੀਆ ਵਾਪਸ ਭੇਜੇ ਗਏ ਨੇ। ਉਹ ਸਟੂਡੈਂਟਸ ਉੱਦਾਂ ਦੇ ਨੇ, ਦੇਖੋ ਕੁਝ ਸਟੂਡੈਂਟਸ ਪਹੁੰਚੇ ਨੇ ਕੈਨੇਡਾ ਵੀਜ਼ਾ ਲੈ ਕੇ, ਉੱਥੇ ਜਾ ਕੇ ਕਾਲਜ ਚੇਂਜ ਕਰ ਲਿਆ, ਕਾਲਜ ਦੇ ਵਿੱਚ ਨਹੀਂ ਪੜ੍ਹਦੇ ਪਏ, ਵਰਕ ਕਰਦੇ ਪਏ ਨੇ ਜਾਂ ਹੋਰ ਕੁਝ ਕਰਦੇ ਪਏ ਨੇ। ਜਦੋਂ ਇਹ ਸਾਰੇ ਇੱਦਾਂ ਦੇ ਕੇਸ ਇਕੱਠੇ ਹੋਏ, ਜਦੋਂ ਉੱਥੇ ਦੀ ਗੌਰਮੈਂਟ ਦੀ ਨਿਗਾਹ ਦੇ ਵਿੱਚ ਇਹ ਚੀਜ਼ਾਂ ਆਈਆਂ ਨੇ ਕਿ ਸਟੂਡੈਂਟ ਵੀਜ਼ੇ ਤੇ ਤਾਂ ਸਟੂਡੈਂਟ ਕੈਨੇਡਾ ਪਹੁੰਚ ਗਿਆ, ਬਟ ਉੱਥੇ ਕਾਲਜ 'ਚ ਜਾ ਹੀ ਨਹੀਂ ਰਿਹਾ, ਕਾਲਜ ਤੋਂ ਫੀਸ ਵਾਪਸ ਲੈ ਰਹੀ ਹੈ, ਵਰਕ ਕਰਦਾ ਪਿਆ। ਸੋ ਉਸ ਤੋਂ ਬਾਅਦ ਸਾਰੇ ਸਟੂਡੈਂਟਸ ਇਕੱਠੇ ਕੀਤੇ, ਸੋ ਇੰਡੀਆ ਡਿਪੋਰਟ ਕਰਤੇ ਨੇ। ਸੋ ਇੱਦਾਂ ਦੀਆਂ ਚੀਜ਼ਾਂ, ਦੇਖੋ ਕੈਨੇਡਾ ਵੀਜ਼ਾ ਦੇਣਾ ਲੇਟ ਕਰ ਰਿਹਾ ਜਾਂ ਵੀਜ਼ਾ ਘੱਟ ਮਿਲਦਾ ਪਿਆ, ਉਹਦੇ ਪਿੱਛੇ ਕਾਰਨ ਆਪਾਂ ਖੁਦ ਆਪਾਂ। ਜਦੋਂ ਇੱਦਾਂ ਦੇ ਸਟੂਡੈਂਟ ਕੈਨੇਡਾ ਦੇ ਵਿੱਚ ਜਾ ਕੇ ਇੱਦਾਂ ਦਾ ਮਾਹੌਲ ਕ੍ਰੀਏਟ ਕਰਦੇ ਨੇ, ਤਾਂ ਵੀਜ਼ਾ ਦਾ ਮਿਲਣਾ, ਇੱਕ ਨਾ ਮਿਲਣਾ ਆਮ ਜੀ ਗੱਲ ਹੋ ਗਈ ਆ। ਜਦੋਂ ਕੋਈ ਆਪਣੇ ਘਰ ਜਾਂ ਆਪਣੇ ਸ਼ਹਿਰ 'ਚ ਆ ਕੇ ਕੁਛ ਇੱਦਾਂ ਦੀਆਂ ਚੀਜ਼ਾਂ ਕਰੂਗਾ, ਤਾਂ ਆਪਾਂ ਵੀ ਉਹਨਾਂ ਨੂੰ ਰੋਕ ਦਾਂਗੇ ਇੱਕ ਟਾਈਮ ਕਿ ਨਹੀਂ ਇਹ ਚੀਜ਼ ਆ। ਸੋ ਓਵਰਆਲ ਜੇ ਦੇਖੇ ਜਾਵੇ ਤਾਂ ਸਾਰੇ ਸਟੂਡੈਂਟ ਇੱਦਾਂ ਨਹੀਂ ਕਰਦੇ ਪਏ। ਬਸ ਤੁਸੀਂ ਲਾ ਲਓ ਵੀ ਕੁਝ ਸਟੂਡੈਂਟਸ ਕਰਕੇ ਤਾਂ ਗੌਰਮੈਂਟ ਨੂੰ ਤਾਂ ਲੱਗਦਾ ਹੀ ਹੈ ਕਿ ਸਾਰੇ ਇੱਦਾਂ ਹੀ ਨੇ, ਬਟ ਫਾਈਲਾਂ ਜ਼ਿਆਦਾ ਨੇ। ਇਹਦਾ ਰੀਜ਼ਨ ਇਹ ਹੈ ਕਿ ਤੁਸੀਂ ਇੱਕ ਪਾਸੇ ਹੀ ਫਾਈਲ ਲਗਾਤੀ। ਹੁਣ ਪੜ੍ਹਨ ਦਾ ਵੀਜ਼ਾ ਅਪਲਾਈ ਹੁੰਦਾ ਕੈਨੇਡਾ ਦੇ ਵਿੱਚ ਜਾ ਕੇ, ਸਟੂਡੈਂਟ ਪੜ੍ਹਦਾ ਨਹੀਂ ਆ, ਉਹ ਕਹਿੰਦਾ ਮੈਨੂੰ ਉੱਥੇ ਪਹੁੰਚਾ ਦਿਓ। ਉਹ ਪਹੁੰਚਾਉਣ ਦਾ ਵੀਜ਼ਾ ਅਪਲਾਈ ਹੁੰਦਾ ਸਟੂਡੈਂਟ ਦੇ, ਇੱਕ ਸਟੂਡੈਂਟ ਵੀਜ਼ੇ ਦੇ ਨਾਂ ਦੇ ਉੱਤੇ। ਉੱਥੇ ਜਦੋਂ ਵੀਜ਼ੇ ਅਪਲਾਈ ਹੋ ਰਹੇ ਨੇ, ਨਾ ਕੋਈ ਪੜ੍ਹ ਰਿਹਾ ਜੀ, ਕੰਮ ਵੱਲ ਫੋਕਸ ਕੀਤਾ ਹੋਇਆ, ਇੱਕੋ ਹੀ ਸ਼ਹਿਰ 'ਚ ਸਾਰਾ ਸਟੂਡੈਂਟ ਫਾਈਲਾਂ ਲਾ ਰਿਹਾ, ਸੋ ਜਿਹਦੇ ਨਾਲ ਵੀਜ਼ਾ ਨਾ ਆਉਣ ਦੇ ਚਾਂਸ ਜ਼ਿਆਦਾ ਬਣਦੇ ਪਏ ਨੇ। ਸੋ ਕਾਫੀ ਲੋਕੇਸ਼ਨਾਂ ਹੋਰ ਵੀ ਨੇ, ਤੁਸੀਂ ਉੱਥੇ ਅਪਲਾਈ ਕਰੋ ਜਿੱਥੇ ਦੇ ਐਲੀਜੀਬਲ ਹੋ, ਕਿਉਂਕਿ ਸਟੂਡੈਂਟ ਜਦੋਂ ਖੁਦ ਆਪ ਜ਼ਿੱਦ ਕਰਦਾ ਹੁੰਦਾ ਕਿ ਇੱਥੇ ਲਾ ਦਿਓ ਜੀ, ਮੈਂ ਇੱਥੇ ਜਾਣਾ, ਸੋ ਉੱਧਰ ਵੀਜ਼ਾ ਨਹੀਂ ਆਉਂਦਾ ਹੁੰਦਾ। ਫਿਰ ਉਹ ਇੱਕ ਤਰ੍ਹਾਂ ਦੀ ਤੁਸੀਂ ਲਾ ਲਓ ਵੀ ਉਹਨਾਂ ਦੀ ਜ਼ਿੱਦ ਪੂਰੀ ਕੀਤੀ ਜਾਂਦੀ ਹੁੰਦੀ ਹੈ। ਵੀਜ਼ਾ ਲੈਣ ਦੇ ਲਈ ਕੈਨੇਡਾ ਦੀ ਅੱਜ ਵੀ ਕੰਡੀਸ਼ਨਸ ਉਹੀ ਨੇ ਜੋ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ। ਓਵਰਆਲ ਤੁਸੀਂ 6 ਬੈਂਡ ਦੇ ਫਾਈਲ ਲਗਾ ਸਕਦੇ ਹੋ, 1-2 ਮੋਡਿਊਲ 'ਚ ਬੈਂਡ ਘੱਟ ਨੇ ਤਾਂ ESL ਕੋਰਸ ਲੈ ਲਓ। ਪਰਸੈਂਟ ਲੋ ਆ, ਲੋ ਪਰਸੈਂਟ ਵਾਲੇ ਪ੍ਰੋਗਰਾਮ ਪਏ ਨੇ ਹਰ ਇੱਕ ਕਾਲਜ ਦੇ ਵਿੱਚ, ਹਰ ਇੱਕ ਪ੍ਰੋਵਿੰਸ ਦੇ ਵਿੱਚ। ਗੌਰਮੈਂਟ ਐਂਡ ਪ੍ਰਾਈਵੇਟ ਕਾਲਜ ਜਿਹੜੇ ਆਪਾਂ ਕਹਿ ਦਿੰਦੇ ਹੁੰਦੇ, ਉਹ ਸਾਰੇ ਹਰ ਇੱਕ ਲੋਕੇਸ਼ਨ 'ਚ ਆ। DLI ਨੰਬਰ ਹਰ ਇੱਕ ਕਾਲਜ ਨੂੰ ਮਿਲ ਚੁੱਕਿਆ, ਚਾਹੇ ਉਹ ਪਬਲਿਕ ਆ ਚਾਹੇ ਉਹ ਪ੍ਰਾਈਵੇਟ ਆ। ਵਰਕ ਪਰਮਿਟ ਤੁਹਾਨੂੰ ਸਟੱਡੀ ਤੋਂ ਬਾਅਦ ਮਿਲਣਾ ਹੀ ਮਿਲਣਾ, ਤੇ ਸਟੱਡੀ ਦੇ ਨਾਲ ਵੀ ਤੁਸੀਂ ਵਰਕ ਕਰ ਸਕਦੇ ਹੋ। ਸੋ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਡਾਕੂਮੈਂਟ ਅਸੈਸ ਕਰਾਓ। ਦੇਖੋ ਕਈ ਕੰਪਨੀਆਂ ਹੁੰਦੀਆਂ ਨੇ, ਇੱਕ ਕਾਲ ਸਿਸਟਮ ਚੱਲ ਗਿਆ ਨਾ, ਆਪਾਂ ਵੀਜ਼ੇ ਦੀ ਜਾਣਕਾਰੀ ਫੋਨ ਤੇ ਲੈ ਲੈਂਦੇ ਹੁੰਦੇ ਆ, ਬਟ ਕਈ ਥਾਵਾਂ ਤੇ ਇੱਕ ਨਵਾਂ ਕੈਂਡੀਡੇਟ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਪਿਆ, ਉਹਨੂੰ ਵੀਜ਼ੇ ਦੀ ਇੰਨੀ ਨੌਲੇਜ ਨਹੀਂ ਹੈਗੀ, ਉਹ ਤੁਹਾਨੂੰ ਮਿਸਗਾਈਡ ਕਰਦਾ ਪਿਆ, ਉੱਥੇ ਸਟੂਡੈਂਟ ਘਬਰਾ ਜਾਂਦਾ।
ਵੀ ਮੈਨੂੰ ਇਸ ਕੰਪਨੀ ਦੇ ਬੰਦੇ ਨੇ ਸੋ ਕਾਲ ਤੇ ਇਹ ਗੱਲ ਕਹੀ ਆ। ਸੋ ਫਿਰ ਉਹ ਇਦਾਂ ਦੀਆਂ ਚੀਜ਼ਾਂ ਨੂੰ ਸੋਚਦੇ ਹੋਏ ਸਟੂਡੈਂਟ ਡਰ ਜਾਂਦੇ ਹੁੰਦੇ ਆ। ਸੋ ਤੁਸੀਂ ਜਦੋਂ ਵੀ ਕਿਤੇ ਵੀ ਅਪਲਾਈ ਕਰਨਾ ਪਹਿਲਾਂ ਵੇਖੋ ਵੀ ਜਿਹੜੇ ਪਰਸਨ ਨਾਲ ਤੁਹਾਡੀ ਗੱਲ ਹੋ ਰਹੀ ਹੈ, ਜਿਹੜੀ ਕੰਪਨੀ 'ਚ ਤੁਸੀਂ ਆਪਣੇ ਵੀਜ਼ੇ ਦੀ ਜਾਣਕਾਰੀ ਲੈਣ ਜਾ ਰਹੇ ਹੋ, ਉਹ ਕੰਪਨੀ ਨੂੰ ਕਿੰਨਾ ਕੁ ਐਕਸਪੀਰੀਅੰਸ ਆ, ਕਿੰਨੇ ਕੁ ਵੀਜ਼ੇ ਲਗਵਾ ਚੁੱਕੇ ਨੇ, ਉਸ ਅਕੋਰਡਿੰਗ ਉੱਥੇ ਜਾਓ, ਉਹਨਾਂ ਤੋਂ ਸਲਾਹ ਲਓ। ਜਿਹੜੀ ਸਲਾਹ ਤੁਹਾਨੂੰ ਕਿਸੇ ਵੀ ਵੀਜ਼ਾ ਏਜੰਟਸ ਨੇ ਸਲਾਹ ਦਿੱਤੀ ਆ, ਉਹ ਸਲਾਹ ਤੁਹਾਨੂੰ ਸਹੀ ਦਿੱਤੀ ਆ, ਜੇ ਗਲਤ ਦਿੱਤੀ ਆ ਉਹਨੂੰ ਚੈੱਕ ਕਰੋ। ਬਿਲਕੁਲ, ਉਸ ਤੋਂ ਬਾਅਦ ਉਹ ਗੱਲਾਂ ਨੂੰ ਫੋਲੋ ਕਰੋ। ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਹੀ ਗੱਲਾਂ ਹੁੰਦੀਆਂ ਜਿਸ 'ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਗਲਤ ਦਿਸ਼ਾ ਵੱਲ ਨਾ ਚੱਲਦੇ ਹੋਏ ਸਹੀ ਦਿਸ਼ਾ 'ਤੇ ਹੀ ਚੱਲ ਕੇ ਆਪਣਾ ਵੀਜ਼ਾ ਸਕਸੈਸਫੁਲੀ ਹਾਸਿਲ ਕਰ ਸਕੋ। ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ, ਹਾਲਾਂਕਿ ਸ਼ੋਅ ਵਿੱਚ ਅਸੀਂ ਕਾਲ ਰਿਸੀਵ ਨਹੀਂ ਕਰ ਰਹੇ ਹਾਂ ਕਿਉਂਕਿ ਬਹੁਤ ਅਹਿਮ ਗੱਲਾਂ ਆਪਾਂ ਸ਼ੋਅ ਵਿੱਚ ਡਿਸਕਸ ਕਰ ਰਹੇ ਹਾਂ, ਬਹੁਤ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੁਹਾਨੂੰ ਵਧੀਆ ਸਲਾਹ ਮਿਲੇਗੀ। ਉੱਥੇ ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਤੇ ਜਦੋਂ ਆਪਾਂ ਕੈਨੇਡਾ ਦੀ ਹੁਣ ਗੱਲ ਕਰ ਰਹੇ ਹਾਂ, ਕਿਤੇ ਨਾ ਕਿਤੇ ਕੁਝ ਏਜੰਟਸ ਦੀ ਗਲਤੀਆਂ, ਕੁਝ ਸਟੂਡੈਂਟਸ ਦੀਆਂ ਗਲਤੀਆਂ ਹੁੰਦੀਆਂ ਨੇ ਤੇ ਅਸੀਂ ਕਸੂਰ ਜਿਹੜਾ ਅੰਬੈਸੀ ਦਾ ਠਹਿਰਾ ਦਿੰਦੇ ਆ, ਕੰਟਰੀ ਦਾ ਠਹਿਰਾ ਦਿੰਦੇ ਆ। ਸੋ ਖੁਦ ਸਾਨੂੰ ਚੀਜ਼ਾਂ ਨੂੰ ਸਹੀ ਕਰਕੇ ਅੱਗੇ ਵਧਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੇ ਜਿਵੇਂ ਆਪਾਂ ਦੇਖੀਏ ਬਹੁਤ ਜ਼ਿਆਦਾ ਫਾਈਲਸ ਲੱਗੀਆਂ ਹੋਈਆਂ ਨੇ, ਕਿਸ ਤਰੀਕੇ ਦਾ ਤੁਸੀਂ ਵੇਖ ਸਕਦੇ ਹੋ, ਕਿਹੜੇ ਸਟੂਡੈਂਟਸ ਨੂੰ ਤੁਸੀਂ ਸੁਜੈਸਟ ਕਰਦੇ ਹੋ ਕਿ ਬਾਰ-ਬਾਰ ਰਿਫਿਊਜ਼ਲ ਆਉਣ ਤੋਂ ਬਾਅਦ ਕੈਨੇਡਾ ਅਪਲਾਈ ਕਰਨ ਦੀ ਬਜਾਏ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਵੱਲ ਮੂਵ ਕਰਨ? ਦੇਖੋ, ਅੱਜ ਜੇ ਕੈਨੇਡਾ ਦੇ ਵਿੱਚ ਆਪਾਂ ਫਾਈਲ ਲਗਾਈ ਆ, ਉੱਥੇ ਦੀ ਗਵਰਨਮੈਂਟ ਜਾਂ ਉੱਥੇ ਦੀ ਐਮਬੈਸੀ ਵੱਲੋਂ ਆਪਾਂ ਨੂੰ ਰਿਜ਼ਲਟ ਲੇਟ ਮਿਲਦਾ ਪਿਆ। ਬਿਲਕੁਲ। ਸੋ ਤੁਸੀਂ ਇੱਥੇ ਇੰਡੀਆ ਦੇ ਵਿੱਚ ਆਪਣਾ ਆਇਲਸ ਕਰ ਚੁੱਕੇ ਹੋ, ਤੁਹਾਡੇ ਕੋਲ ਸਾਰਾ ਕੁਝ ਰੈਡੀ ਆ, ਤੁਸੀਂ ਕੈਨੇਡਾ ਜਾਣਾ, ਬਟ ਤੁਹਾਡਾ ਵੀਜ਼ਾ ਬਹੁਤ ਜ਼ਿਆਦਾ ਲੇਟ ਆ ਰਿਹਾ। ਸੋ ਉਸ ਚੀਜ਼ ਨੂੰ ਤੁਸੀਂ ਇਗਨੋਰ ਕਰਕੇ ਅੱਗੇ ਕਿਸੇ ਹੋਰ ਕੰਟਰੀ 'ਚ ਅਪਲਾਈ ਕਰ ਦਿਓ। ਅੱਜ ਜੇ ਤੁਸੀਂ ਕੈਨੇਡਾ ਨੂੰ ਪਿਆਰ ਕਰਦੇ ਹੋ, ਉੱਥੇ ਪੜ੍ਹਨਾ ਚਾਹੁੰਦੇ ਹੋ, ਉੱਥੇ ਵਸਣਾ ਚਾਹੁੰਦੇ ਹੋ, ਤੁਸੀਂ ਜਾ ਸਕਦੇ ਹੋ। ਦੇਖੋ, ਅੱਜ ਕੈਨੇਡਾ ਦਾ ਵੀਜ਼ਾ ਆਉਣ ਦਾ ਟਾਈਮ ਥੋੜਾ ਲੰਬਾ ਹੋਇਆ ਪਿਆ, ਉਹਦੇ ਨਾਲ ਤੁਸੀਂ ਆਪਣਾ ਪੜ੍ਹਾਈ ਦੇ ਵਿੱਚ ਗੈਪ ਵੀ ਪਾ ਰਹੇ ਹੋ। ਜਿਹੜੀ ਤੁਸੀਂ ਆਇਲਸ ਕੀਤੀ ਆ ਉਹ ਕੁਝ ਟਾਈਮ ਲਈ ਵੈਲਿਡ ਹੁੰਦੀ ਆ, ਕੁਝ ਸਾਲ ਦੇ ਲਈ। ਸੋ ਤੁਸੀਂ ਉੱਥੇ ਵੈਲਿਡ ਟਾਈਮ ਨੂੰ ਵੀ ਘਟਾ ਰਹੇ ਹੋ, ਇਸ ਲਈ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਲਓ। ਆਸਟ੍ਰੇਲੀਆ ਤੁਸੀਂ ਜਾਓ, 2-3 ਸਾਲ ਦਾ ਡਿਪਲੋਮਾ ਲਓ ਜਾਂ ਡਿਗਰੀ ਲਓ, ਉਸ ਤੋਂ ਬਾਅਦ ਸਾਲ 6 ਮਹੀਨੇ ਬਾਅਦ ਆਸਟ੍ਰੇਲੀਆ ਤੋਂ ਮੂਵ ਹੋ ਜਾਓ ਕੈਨੇਡਾ ਨੂੰ। ਬਟ ਇੱਕ ਵਾਰੀ ਜਿਹੜੀ ਤੁਹਾਡੀ ਪ੍ਰੋਫਾਈਲ ਸੀ, ਜਿਹਦੇ 'ਚ ਗੈਪ ਨਹੀਂ ਸੀਗਾ, ਅੱਛੀ ਪਰਸੈਂਟ ਸੀਗੀ, ਉਹ ਫਾਈਲ ਨੂੰ ਤੁਸੀਂ ਕੈਨੇਡਾ ਲਾਉਣ ਦੀ ਬਜਾਏ ਕਿਸੇ ਹੋਰ ਕੰਟਰੀ ਅਪਲਾਈ ਕਰ ਦਿਓ। ਉਸ ਕੰਟਰੀ ਤੋਂ ਫਿਰ ਅੱਗੇ ਅਪਲਾਈ ਕਰ ਦਿਓ ਕੈਨੇਡਾ ਨੂੰ। ਅੱਜ ਹਰ ਇੱਕ ਬੱਚੇ ਦਾ 6 ਮਹੀਨੇ ਲੱਗਦੇ ਨੇ ਵੀਜ਼ਾ ਆਉਣ ਦਾ। ਬਿਲਕੁਲ। ਕੈਨੇਡਾ ਦਾ ਜਦੋਂ ਵੀਜ਼ਾ ਆਉਂਦਾ ਘੱਟੋ ਘੱਟ 6 ਮਹੀਨੇ ਦਾ ਉਹਨੂੰ ਟਾਈਮ ਲੱਗਦਾ ਪਿਆ। 4 ਮਹੀਨਿਆਂ 'ਚ ਤੁਹਾਡਾ ਇੱਕ ਸਮੈਸਟਰ ਪੂਰਾ ਹੋ ਜਾਂਦਾ ਜੇ ਤੁਸੀਂ ਕਿਸੇ ਹੋਰ ਕੰਟਰੀ 'ਚ ਜਾ ਕੇ ਪੜ੍ਹਦੇ ਹੁੰਦੇ ਹੋ। ਅੱਜ ਤੁਸੀਂ ਡਿਗਰੀ ਜਾਂ ਡਿਪਲੋਮਾ ਲੈ ਕੇ ਜਾਓ ਕਿਸੇ ਵੀ ਕੰਟਰੀ ਦੇ ਵਿੱਚ, ਇੱਕ ਸਮੈਸਟਰ ਪਾਸ ਕਰੋ ਉੱਥੋਂ ਐਂਡ ਸੈਕਿੰਡ ਸਮੈਸਟਰ ਮੂਵ ਹੋ ਜਾਓ ਤੁਸੀਂ ਜਿੱਥੇ ਵੀ ਹੋਣਾ ਚਾਹੁੰਦੇ ਹੋ। ਇੱਥੇ ਵੇਟ ਕਰਨ ਦੀ ਬਜਾਏ ਤੁਸੀਂ ਆਪਣਾ ਨੁਕਸਾਨ ਕਰਦੇ ਹੋ। ਜਦੋਂ ਤੁਹਾਡੇ ਕੋਲ ਆਇਲਸ ਸਕੋਰ ਆਇਆ ਹੋਇਆ, ਤੁਹਾਡੇ ਕੋਲ ਪੇਮੈਂਟ ਰੈਡੀ ਆ, ਤੁਸੀਂ ਕਿਉਂ ਵੇਟ ਕਰਦੇ ਪਏ ਹੋ? ਅੱਜ ਰਿਜ਼ਲਟ ਲੇਟ ਆਉਣ ਦੇ ਨਾਲ ਤੁਹਾਡੀ ਫਾਈਲ ਦੇ ਵਿੱਚ ਗੈਪ ਪੈ ਰਿਹਾ। ਕੁਝ ਸਟੂਡੈਂਟ ਸੋਚਦੇ ਪਏ ਨੇ ਕਿ ਅਸੀਂ ਹਲੇ ਫਾਈਲ ਨਹੀਂ ਲਗਾਣੀ ਕਿਉਂਕਿ ਹਜੇ ਰਿਜ਼ਲਟ ਥੋੜੇ ਨੈਗੇਟਿਵ ਆ ਰਹੇ ਨੇ, ਬਿਲਕੁਲ, ਜਾਂ ਰਿਜ਼ਲਟ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ। ਸੋ ਸਾਰਿਆਂ ਦੀਆਂ ਨਹੀਂ ਇਦਾਂ ਦੀਆਂ ਹੋ ਰਹੀਆਂ ਨੇ, ਕੁਝ ਨਵੀਆਂ ਫਾਈਲਾਂ ਵੀ ਨੇ। ਹੁਣ ਮੇਰੇ ਕੋਲ ਕੈਨੇਡਾ ਦਾ ਅੱਜ ਵੀਜ਼ਾ ਆਇਆ, ਮੈਂ ਸਤੰਬਰ ਇਨਟੇਕ ਦਾ ਵੀਜ਼ਾ ਅਪਲਾਈ ਕੀਤਾ ਸੀ, ਘੱਟੋ ਘੱਟ ਉਹਦਾ ਅਸੀਂ 1.5 ਮਹੀਨੇ 'ਚ ਵੀਜ਼ਾ ਲੈ ਕੇ ਦਿੱਤਾ। ਓਕੇ, ਇੰਨੀਆਂ ਫਾਈਲਾਂ ਲੱਗੀਆਂ ਹੋਈਆਂ ਸੀ, 1.5 ਮਹੀਨੇ 'ਚ ਵੀਜ਼ਾ ਲਿੱਤਾ। ਉਹਦਾ ਕਾਰਨ ਕੀ ਸੀ? ਦੇਖੋ, ਸਟੂਡੈਂਟ ਨੂੰ ਦੱਸਿਆ ਗਿਆ ਕਿ ਤੁਸੀਂ ਐਲਬਰਟਾ ਅਪਲਾਈ ਕਰੋ, ਉੱਥੇ ਬਹੁਤ ਘੱਟ ਫਾਈਲਾਂ ਲੱਗੀਆਂ ਸੀ। ਸਟੂਡੈਂਟਸ ਨੇ ਮੰਨਿਆ, ਐਲਬਰਟਾ ਉਹਦੀ ਫਾਈਲ ਲਗਾਈ, 1.5 ਮਹੀਨੇ 'ਚ ਅਸੀਂ ਵੀਜ਼ਾ ਲੈ ਲਿਆ। ਸੋ ਇਹ ਨਹੀਂ ਹੈ ਕਿ ਹਰ ਇੱਕ ਫਾਈਲਸ ਦਾ ਸਾਡੀ 1.5 ਮਹੀਨੇ 'ਚ ਰਿਜ਼ਲਟ ਆ ਰਿਹਾ, ਕੁਝ ਸਾਡੀ ਵੀ ਫਾਈਲਾਂ ਲੇਟ ਹੋਈਆਂ ਪਈਆਂ ਨੇ। ਬਟ ਜਦੋਂ ਸਟੂਡੈਂਟ ਨੇ ਕਹਿਤਾ ਕਿ ਮੈਂ ਜਾਣਾ ਹੀ ਸਰ ਇੱਥੇ ਆ, ਸੋ ਉਹਦੀ ਐਲੀਜੀਬਿਲਟੀ ਬਣਦੀ ਸੀ, ਬਟ ਫਾਈਲ ਲਗਾਤੀ ਆ ਉੱਥੇ, ਰਿਜ਼ਲਟ ਨੂੰ ਥੋੜਾ ਟਾਈਮ ਲੱਗਦਾ। ਸੋ ਇਹ ਚੀਜ਼ ਆ, ਉਹ ਸਟੂਡੈਂਟਸ ਨੇ ਪੂਰਾ ਉਹਨਾਂ ਨੇ ਕਿਹਾ ਕਿ ਸਰ ਅਸੀਂ ਕੈਨੇਡਾ ਜਾਣਾ ਚਾਹੁੰਦੇ ਹਾਂ, ਕਿੱਥੇ ਸਾਡਾ ਵੀਜ਼ਾ ਜਲਦੀ ਆ ਜਾਊਗਾ, ਕੀ ਕੰਡੀਸ਼ਨਾਂ ਨੇ, ਸਾਨੂੰ ਵੀਜ਼ਾ ਚਾਹੀਦਾ। ਉਹਨਾਂ ਨੂੰ ਗਾਈਡ ਕੀਤਾ, ਅੱਜ 1.5 ਮਹੀਨੇ 'ਚੋਂ ਵੀਜ਼ਾ ਲੈ ਚੁੱਕੇ ਨੇ। ਪਲੱਸ ਪੁਆਇੰਟ ਇਹ ਹੈ ਕਿ ਸਟੂਡੈਂਟ ਨੇ ਮਾਸਟਰ ਕੀਤੀ ਹੋਈ ਸੀ। ਦੇਖੋ, ਮਾਸਟਰ ਇੱਕ ਹਾਈ ਐਜੂਕੇਸ਼ਨ ਹੋ ਗਈ, ਇਸ ਤੋਂ ਬਾਅਦ ਆਪਾਂ ਨੂੰ ਕੋਈ ਆਪਸ਼ਨ ਵੀ ਨਹੀਂ ਹੁੰਦੀ ਕੋਈ ਸਟੱਡੀ ਦੀ, ਬਟ ਫਿਰ ਵੀ ਅਸੀਂ ਉਹਦਾ ਵੀਜ਼ਾ ਲੈ ਕੇ ਦਿੱਤਾ। ਉਹਨੂੰ ਅਸੀਂ ਗਾਈਡ ਕੀਤਾ, ਉਹ ਫੋਲੋ ਕੀਤਾ ਉਹਨਾਂ ਨੇ ਸਾਡੀ ਹਰ ਇੱਕ ਗੱਲਾਂ ਤੇ ਅੱਜ ਉਹ ਵੀਜ਼ੇ ਦੇ ਮੁਕਾਮ ਤੱਕ ਪਹੁੰਚ ਗਏ ਨੇ। ਸਤੰਬਰ ਇਨਟੇਕ 1.5 ਮਹੀਨੇ 'ਚ ਵੀਜ਼ਾ।
ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਔਰ ਯਾਨੀ ਆਪਾਂ ਕੁੱਲ ਮਿਲਾ ਕੇ ਅਗਰ ਦੇਖੀਏ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਫਰੈਸ਼ ਪ੍ਰੋਫਾਈਲ ਹੈ ਤਾਂ ਉਸਦਾ ਫਟਾਫਟ ਵੀਜ਼ਾ ਆ ਜਾਏਗਾ ਜਾਂ ਕਿਸੇ ਨੇ ਰੀ ਅਪਲਾਈ ਕੀਤਾ ਨੂੰ ਦੇਰ ਲੱਗੇਗੀ। ਸੋ ਰਿਜ਼ਲਟਸ ਨੂੰ ਆਪਾਂ ਮਤਲਬ ਇੱਕ ਹਿਸਾਬ ਨਾਲ ਇੱਕ ਲੀਕ ਵਿੱਚ ਨਹੀਂ ਸਮਝ ਸਕਦੇ, ਕਿਸੇ ਵੀ ਤਰੀਕੇ ਨਾਲ ਰਿਜ਼ਲਟ ਆ ਰਹੇ ਨੇ। ਤੇ ਬਿਲਕੁਲ ਅੱਗੋਂ ਅਗਰ ਮੈਂ ਥੋੜੀ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ 6 ਤੋਂ 7 ਲੱਖ ਦਾ ਤੁਸੀਂ ਬਜਟ ਵਿੱਚ ਜੋ ਹੈ ਵੀਜ਼ਾ ਲਗਵਾ ਕੇ ਦੇਣੇ ਹੋ ਆਸਟ੍ਰੇਲੀਆ ਦਾ, ਉਸ ਨੂੰ ਲੈ ਕੇ ਸਵਾਲ ਤਾਂ ਹੈ ਹੀ ਆ। ਪਰ ਨਾਲ ਦੇ ਨਾਲ ਸਵਾਲ ਅੱਜ ਦੇ ਸਮੇਂ ਵਿੱਚ ਬਣ ਗਏ ਨੇ ਵਰਕ ਪਰਮਿਟ ਨੂੰ ਲੈ ਕੇ, ਜੋ ਨਵੀਆਂ ਗਾਈਡਲਾਈਨਸ ਆਸਟ੍ਰੇਲੀਆ ਨੇ ਇਸ਼ੂ ਕੀਤੀਆਂ ਜਾਰੀ, ਹਾਲੇ ਕਿ ਡਿਟੇਲ ਹਲੇ ਅਕਤੂਬਰ ਤੱਕ ਆਣੀ ਹੈ ਪੂਰੀ। ਕੀ ਇਹ ਨਵੇਂ ਚੇਂਜਸ ਹੋ ਸਕਦੇ ਨੇ? ਸਟੂਡੈਂਟਸ ਨੂੰ ਕਿੰਨਾ ਘਬਰਾਉਣ ਦੀ ਜ਼ਰੂਰਤ ਹੈ ਜਾਂ ਨਹੀਂ? ਸਟੂਡੈਂਟਸ ਵੱਲੋਂ ਜਾਂ ਉੱਥੇ ਦੀ ਗਵਰਨਮੈਂਟ ਵੱਲੋਂ ਦੇਖੋ, ਆਸਟ੍ਰੇਲੀਆ ਇੱਕ ਬਹੁਤ ਅੱਛੇ ਲੈਵਲ ਦੇ ਉੱਤੇ ਹੁਣ ਕੰਟਰੀ ਓਪਨ ਹੋਈ ਆ ਜੀ। ਉਹਨਾਂ ਨੇ ਵੀਜ਼ਾ ਦੇਣਾ, ਬਹੁਤ ਜ਼ਿਆਦਾ ਵੀਜ਼ਾ ਦੇਣਾ। ਜੇ ਤੁਸੀਂ ਕੰਡੀਸ਼ਨ ਨੂੰ ਫੋਲੋ ਕਰੋਗੇ ਤਾਂ ਵੀਜ਼ਾ ਮਿਲੂਗਾ। ਇਹ ਨਾ ਸੋਚੋ ਕਿ ਸਾਡੇ ਫੰਡ ਜਾਲੀ ਨੇ ਜਾਂ ਅਸੀਂ ਫੇਕ ਡਿਗਰੀ ਲਾ ਕੇ ਵੀ ਆਸਟ੍ਰੇਲੀਆ ਤੋਂ ਵੀਜ਼ਾ ਲੈ ਲਾਂਗੇ। ਸੋ ਐਦਾਂ ਵੀ ਨਹੀਂ ਵੀਜ਼ਾ ਮਿਲਣਾ। ਤੁਹਾਡੀ ਕੰਡੀਸ਼ਨ ਪੂਰੀਆਂ ਹੋਣਗੀਆਂ, ਆਸਟ੍ਰੇਲੀਆ ਵੀਜ਼ਾ ਦਊਗਾ। ਆਸਟ੍ਰੇਲੀਆ ਨੇ ਸਟੂਡੈਂਟਸ ਦੇ ਵਰਕ ਪਰਮਿਟ ਐਕਸਟੈਂਡ ਕਰਨ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਕਿ ਜਿਹੜੇ ਨਵੇਂ ਸਟੂਡੈਂਟਸ ਇੱਥੇ ਆ ਰਹੇ ਨੇ ਉਹਨਾਂ ਨੂੰ ਸਟੱਡੀ ਤੋਂ ਬਾਅਦ, ਆਪਾਂ ਮੰਨਦੇ ਸੀ ਨਾ ਕਿ ਜਿੱਦਾਂ 2 ਸਾਲ ਦੀ ਸਟੱਡੀ ਆ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀ, ਅੱਜ ਉਹੀ 2 ਸਾਲ ਦੀ ਸਟੱਡੀ ਦੇ ਨਾਲ ਤੁਹਾਨੂੰ 4 ਸਾਲ ਦਾ ਵਰਕ ਪਰਮਿਟ ਮਿਲ ਰਿਹਾ। ਸੋ ਤੁਹਾਡੇ ਵੀਜ਼ੇ ਐਕਸਟੈਂਡ ਕੀਤੇ ਜਾ ਰਹੇ ਨੇ, ਵਰਕ ਪਰਮਿਟ। ਆਸਟ੍ਰੇਲੀਆ ਦੇਖੋ ਵੈਲਕਮ ਕਰਦਾ ਪਿਆ ਕਾਫੀ ਸਟੂਡੈਂਟਸ ਦਾ, ਬਟ ਆਸਟ੍ਰੇਲੀਆ ਦੀਆਂ ਕੰਡੀਸ਼ਨ ਨਹੀਂ ਪੂਰੀਆਂ ਹੋ ਰਹੀਆਂ ਸਟੂਡੈਂਟਸ ਤੋਂ। ਅੱਜ 5.5 ਬੈਂਡ ਤੇ ਆਸਟ੍ਰੇਲੀਆ ਵੀਜ਼ਾ ਦੇ ਰਿਹਾ, ਬਟ ਉਹ ਵੀਜ਼ਾ ਲੈਣਾ ਨਹੀਂ ਆ ਰਿਹਾ। ਦੇਖੋ ਇੱਥੇ ਇੱਕ ਕਾਰਨ ਮੈਂ ਤੁਹਾਨੂੰ ਦੱਸਦਾ, ਵੀਜ਼ਾ ਨਾ ਆਉਣ ਦਾ ਆਸਟ੍ਰੇਲੀਆ ਦਾ ਫੰਡ ਨੇ। ਫੰਡ ਗਲਤ ਤੁਸੀਂ ਲਾ ਰਹੇ ਹੋ ਐਮਬੈਸੀ ਦੇ ਵਿੱਚ, ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ। ਜਦੋਂ ਆਪਾਂ ਫੰਡ ਗਲਤ ਲਾ ਦਾਂਗੇ, ਉਹਨਾਂ ਨੇ ਅੱਗੋਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਤੁਸੀਂ ਇੱਥੇ ਸੈਟਲ ਹੋਣਾ ਆਉਣਾ ਚਾਹ ਰਹੇ ਹੋ, ਤੁਹਾਡਾ ਪੜ੍ਹਨ ਦਾ ਕੋਈ ਮੋਟਿਵ ਨਹੀਂ ਆ, ਕਿਉਂਕਿ ਉਹਨਾਂ ਨੂੰ ਦਿਖ ਹੀ ਗਿਆ ਕਿ ਫੰਡ ਜਾਲੀ ਨੇ। ਸੋ ਫੰਡ ਕੀ ਹੁੰਦਾ, ਦੇਖੋ ਇੱਕ ਪਰਿਵਾਰ ਦੇ ਸਟੂਡੈਂਟ ਆ, ਉਹਦੇ ਫਾਦਰ ਦੀ ਇਨਕਮ 4.5 ਲੱਖ ਰੁਪਇਆ 1 ਸਾਲ ਦੀ ਜੀ, ਤਾਂ ਉਹ ਫੰਡ 28 ਲੱਖ ਦੇ ਸ਼ੋਅ ਕਰਦਾ ਪਿਆ 6 ਮਹੀਨੇ ਪੁਰਾਣੇ। ਸੋ 6 ਮਹੀਨੇ ਦੇ ਵਿੱਚ ਉਹਦੇ ਕੋਲ 28 ਲੱਖ ਰੁਪਏ ਕਿੱਥੋਂ ਆ ਗਿਆ, ਜਿਹਦੀ ਇਨਕਮ ਹੀ 2.5-3 ਲੱਖ ਰੁਪਏ ਜਾਂ 4 ਲੱਖ ਰੁਪਏ ਸਾਲ ਦੀ ਆ। ਬਿਲਕੁਲ। ਸੋ ਐਦਾਂ ਦੀਆਂ ਚੀਜ਼ਾਂ ਨਾਲ ਹੀ ਤੁਹਾਡੇ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਤੁਸੀਂ ਆਪਣੀ ਫੰਡ ਦੀ ਵੈਰੀਫਿਕੇਸ਼ਨ ਨਹੀਂ ਦੇ ਰਹੇ। ਦੇਖੋ ਫੰਡ ਸ਼ੋਅ ਹੋ ਰਹੇ ਨੇ, ਚਾਹੇ 올ਡ ਹੋ ਰਹੇ ਨੇ ਚਾਹੇ ਨਵੇਂ ਹੋ ਰਹੇ ਨੇ, ਬਟ ਉਹ ਜਿੰਨੀ ਤੁਸੀਂ ਅਮਾਉਂਟ ਦਿਖਾ ਰਹੇ ਹੋ ਉਹ ਅਮਾਉਂਟ ਤੁਸੀਂ ਜਸਟੀਫਿਕੇਸ਼ਨ ਹੀ ਨਹੀਂ ਦੇ ਸਕਦੇ ਕਿ ਇੰਨੀ ਇਨਕਮ ਆਈ ਕਿੱਥੋਂ ਆ। ਬਿਲਕੁਲ। ਉਹਦੇ ਨਾਲ ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ। ਅੱਜ ਜੀਟੀ ਇੱਕ ਮੇਨ ਪੁਆਇੰਟ ਬਣ ਗਿਆ ਆਸਟ੍ਰੇਲੀਆ ਦਾ। 1.5-2 ਮਹੀਨੇ ਬਾਅਦ ਹੁਣ ਕਈ ਸਟੂਡੈਂਟਸ ਨੇ ਕਈ ਹੋਰ ਕੰਪਨੀਆਂ 'ਚ ਫਾਈਲਾਂ ਲਗਾਈਆਂ ਸੀ, ਉਹਨਾਂ ਦੀ ਜੀਟੀ ਨਹੀਂ ਕਲੀਅਰ ਹੋਈ। ਉੱਥੋਂ 1.5 ਮਹੀਨੇ ਬਾਅਦ ਮੁੜ ਕੇ ਸਾਡੇ ਕੋਲ ਆਏ ਕਿ ਸਰ ਅਸੀਂ ਇੱਥੇ ਫਾਈਲ ਲਗਾਈ ਸੀ, ਸਾਡੀ ਜੀਟੀ ਨਹੀਂ ਕਲੀਅਰ ਹੋਈ। ਗਲਤ ਕਾਲਜ ਗਲਤ ਕੋਰਸ ਚੁਣ ਲਿਆ। ਸੋ ਜਿਹਦੇ ਕਰਕੇ ਉਹਨਾਂ ਦੀ ਜੀਟੀ ਕਲੀਅਰੈਂਸ ਹੀ ਨਹੀਂ ਹੋ ਰਹੀ ਸੀ। ਸੋ ਕੋਈ ਵੀ ਸਟੂਡੈਂਟ ਆ ਆਸਟ੍ਰੇਲੀਆ ਜਾਣਾ ਚਾਹੁੰਦਾ, ਤੁਹਾਡੀ 1 ਹਫ਼ਤੇ ਦੇ ਵਿੱਚ ਜੀਟੀ ਕਲੀਅਰ ਐਂਡ ਸੀਓਈ ਲੈ ਕੇ ਦੇਵਾਂਗੇ। ਪੂਰੇ 1 ਮਹੀਨੇ 'ਚ ਆਸਟ੍ਰੇਲੀਆ ਦਾ ਵੀਜ਼ਾ ਮਿਲਦਾ ਪਿਆ। ਦਿੱਤੀਆਂ ਕੰਡੀਸ਼ਨਾਂ ਨੇ ਉੱਥੇ ਦੀ ਗਵਰਨਮੈਂਟ ਨੇ, ਉਹ ਕੰਡੀਸ਼ਨਸ ਨੂੰ ਪੂਰੀ ਕਰੋ ਵੀਜ਼ਾ ਮਿਲਦਾ। ਬਟ ਕਈ ਸਟੂਡੈਂਟਸ ਜਾਂ ਕਈ ਹੋਰ ਕੰਪਨੀਜ਼ ਦਾ ਇੱਕ ਕੁਐਸਚਨਸ ਹੁੰਦਾ ਕਿ ਦੇਖੋ ਵੀਜ਼ਾ ਤਾਂ ਅੰਬੈਸੀ ਨੇ ਦੇਣਾ, ਤੁਸੀਂ ਵੀਜ਼ੇ ਦੀ ਕਿੱਦਾਂ ਗਰੰਟੀ ਦੇ ਸਕਦੇ ਹੁੰਦੇ ਹੋ। ਸੋ ਮੇਰੇ ਕੋਲ ਕਾਫੀ ਸਟੂਡੈਂਟਸ ਆਏ ਵੀ ਸਰ ਤੁਸੀਂ ਵੀਜ਼ੇ ਦੀ ਕਿੱਦਾਂ ਗਰੰਟੀ ਦੇ ਸਕਦੇ ਹੋ। ਦੇਖੋ ਅੰਬੈਸੀ ਨੇ ਤੁਹਾਨੂੰ ਵੀਜ਼ਾ ਦੇਣਾ, ਵੀਜ਼ਾ ਦੇਣ ਦੀਆਂ ਕੰਡੀਸ਼ਨਾਂ ਬਣਾਈਆਂ ਗਈਆਂ ਨੇ। ਜਦੋਂ ਤੁਸੀਂ ਉਹ ਕੰਡੀਸ਼ਨ ਨੂੰ ਪੂਰੀ ਨਹੀਂ ਕਰੋਗੇ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ। ਅੱਜ ਜੋ ਕੰਡੀਸ਼ਨਾਂ ਵੀਜ਼ੇ ਦੇ ਲਈ ਬਣੀਆਂ ਹੋਈਆਂ ਨੇ, ਮੈਨੂੰ ਕੰਡੀਸ਼ਨਾਂ ਪੂਰੀ ਕਰਕੇ ਦੇ ਦਿਓ, ਮੈਂ ਤੁਹਾਨੂੰ ਵੀਜ਼ਾ ਲੈ ਕੇ ਦੇ ਦੂੰਗਾ। ਜਦੋਂ ਤੁਸੀਂ ਕੰਡੀਸ਼ਨ ਨੂੰ ਪੂਰੀ ਨਹੀਂ ਕਰੋਗੇ, ਵੀਜ਼ਾ ਮੈਂ ਕੀ ਕੋਈ ਵੀ ਨਹੀਂ ਲੈ ਕੇ ਦੇ ਸਕਦਾ ਤੁਹਾਨੂੰ। ਸੋ ਇਹ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ, ਕਿਉਂਕਿ ਸਹੀ ਸਲਾਹਕਾਰ ਹੀ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਉਂਦੇ ਨੇ। ਹੁਣ ਦੇਖੋ ਆਸਟ੍ਰੇਲੀਆ ਖੁੱਲਿਆ, ਬਹੁਤ ਜ਼ਿਆਦਾ ਵੀਜ਼ੇ ਦੇਣੇ ਨੇ, ਬਟ ਹੁਣ ਮਾਰਕੀਟ ਦੇ ਵਿੱਚ ਇੱਕ ਸਿਸਟਮ ਆ ਜਾਊਗਾ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਪੈਕੇਜ ਆ ਗਿਆ ਨਾ ਹੁਣ ਆਸਟ੍ਰੇਲੀਆ ਦੇ ਵਿੱਚ ਦੁਬਾਰੇ, ਤਾਂ ਵੀਜ਼ੇ ਵੇਖਣਾ ਕਿੱਦਾਂ ਰਿਫਿਊਜ਼ ਹੁੰਦੇ, ਕਿਉਂਕਿ ਪੈਕੇਜ ਸਿਸਟਮ ਵੀਜ਼ਾ ਰਿਫਿਊਜ਼ ਕਰਾ ਰਿਹਾ। ਕੋਈ ਵੀ ਕੰਪਨੀਆਂ, ਕੋਈ ਵੀ ਤੁਹਾਡਾ ਸਲਾਹਕਾਰ ਆ, ਉਹ ਕਦੇ ਵੀ ਤੁਹਾਡੀ ਫਾਈਲ ਦੇ ਉੱਤੇ ਪਹਿਲਾਂ ਪੈਸੇ ਨਹੀਂ ਲਗਾਉਂਦਾ, ਕਿਉਂਕਿ ਇੱਕ ਕੰਟਰੀ ਦੇ ਵਿੱਚ ਘੱਟੋ ਘੱਟ 5-6 ਲੱਖ ਰੁਪਏ ਲੱਗਦਾ। ਹੁਣ ਅੱਜ ਆਪਾਂ ਆਸਟ੍ਰੇਲੀਆ 5-6 ਲੱਖ ਦਾ ਬਜਟ ਲੈ ਕੇ ਚੱਲੇ ਹਾਂ। ਜੇ ਮੇਰੇ ਕੋਲ 10 ਫਾਈਲਾਂ ਵੀ ਆ ਜਾਂਦੀਆਂ, ਘੱਟੋ ਘੱਟ 40-45 ਲੱਖ ਰੁਪਏ ਦਾ ਬਜਟ ਬਣ ਗਿਆ। ਸੋ ਮੈਂ ਕਿੱਦਾਂ ਇੰਨੀ ਕੁ ਫਾਈਲਾਂ ਤੇ ਇੰਨੀ ਇਨਵੈਸਟਮੈਂਟ ਕਰ ਸਕਦਾ। ਸੋ ਇਹ ਚੀਜ਼ਾਂ ਲੋਟਰੀ ਸਿਸਟਮ ਹੋ ਜਾਂਦਾ, ਪੈਕੇਜ
ਕਿ ਤੁਸੀਂ ਫਾਈਲ ਐਮਬੈਸੀ 'ਚ ਲਗਾ ਦਿਓ ਬਿਨਾਂ ਫੀਸ ਭਰੇ, ਉਹਨਾਂ ਨੂੰ ਕਹਿ ਦਿਓ ਕਿ ਅਸੀਂ ਵੀਜ਼ਾ ਆਉਣ ਤੇ ਫੀਸ ਭਰਾਂਗੇ। ਇਦਾਂ ਦੀਆਂ ਮਾਰਕੀਟ ਦੇ ਵਿੱਚ ਕੇਸ ਆ ਰਹੇ ਨੇ ਹੁਣ। ਹਾਂਜੀ ਹਾਂਜੀ। ਪੈਕੇਜ ਨੇ ਕੈਨੇਡਾ 'ਚ ਰਿਫਿਊਜ਼ਲਾਂ ਸ਼ੁਰੂ ਕੀਤੀਆਂ। ਜਦੋਂ ਤੱਕ ਕੈਨੇਡਾ ਦੇ ਵਿੱਚ ਪੈਕੇਜ ਨਹੀਂ ਚੱਲਦਾ ਸੀ ਉਦੋਂ ਵੀਜ਼ਾ ਵੀ ਟਾਈਮ ਨਾਲ ਆਉਂਦਾ ਸੀ ਤੇ ਫਾਈਲਾਂ ਵੀ ਅੱਛੀ ਰੀਪ੍ਰੈਜ਼ੈਂਟ ਹੁੰਦੀਆਂ ਸੀਗੀਆਂ। ਕਿਉਂਕਿ ਜਦੋਂ ਲੋਕਡਾਊਨ ਓਪਨ ਹੋਇਆ, ਪੈਕੇਜ ਸਿਸਟਮ ਸ਼ੁਰੂ ਹੋ ਗਿਆ ਜੀ, ਉਦੋਂ ਵੀਜ਼ਾ ਆਣਾ ਬੰਦ ਹੋ ਗਿਆ। ਹੁਣ ਕੈਨੇਡਾ ਦੇ ਵਿੱਚ 28 ਜਾਂ 27 ਲੱਖ ਫਾਈਲਾਂ ਕਿਉਂ ਇਕੱਠੀਆਂ ਹੋਈਆਂ ਪਈਆਂ ਨੇ? ਉਹ ਪੈਕੇਜ ਸਿਸਟਮ ਵਾਲੀਆਂ ਫਾਈਲਾਂ ਨੇ ਜੀ। ਮੈਨੂੰ ਇੱਕ ਪਰਸਨ ਵੀ ਦਿਖਾ ਦਿਓ ਜਿਹਨੇ ਖੁਦ ਆਪ ਫੀਸ ਭਰੀ ਹੋਈ ਆ ਜਾਂ GIC ਭਰੀ ਹੋਈ ਆ, ਉਹਦਾ ਵੀਜ਼ਾ ਲੇਟ ਹੋਇਆ। ਜਿਹੜੇ ਕੈਨੇਡਾ ਦੇ ਵਿੱਚ ਵੀਜ਼ੇ ਲੇਟ ਹੋ ਰਹੇ ਨੇ ਉਹ ਪੈਕੇਜ ਦੇ ਵਿੱਚ ਲੇਟ ਹੋ ਰਹੇ ਨੇ, ਕਿਉਂਕਿ ਇੱਕ ਕੰਪਨੀ ਜਿਹੜੀ 100 ਫਾਈਲ ਲਗਾਉਂਦੀ ਸੀ ਸਟੈਪ ਬਾਈ ਸਟੈਪ, ਅੱਜ ਉਹੀ ਕੰਪਨੀ ਹਜ਼ਾਰਾਂ ਫਾਈਲਾਂ ਲਾ ਰਹੀਆਂ ਪੈਕੇਜ ਦੇ ਨਾਮ ਦੇ ਵਿੱਚ। ਸੋ ਉੱਥੇ ਤਾਂ ਫਿਰ ਜਦੋਂ ਪੈਕੇਜ ਦੇ ਨਾਂ ਤੇ ਫਾਈਲਾਂ ਇਕੱਠੀਆਂ ਕਰੀਆਂ ਜਾਂਦੀਆਂ ਉਦੋਂ ਐਮਬੈਸੀ 'ਚ ਭੇਜੀਆਂ ਜਾਂਦੀਆਂ ਨੇ ਤੇ ਉਦੋਂ ਫਿਰ ਜਦੋਂ ਬਿਨਾਂ ਫੀਸ ਭਰੇ ਤੁਸੀਂ ਫਾਈਲਾਂ ਲਗਾਓਗੇ, ਨਾ ਵੀਜ਼ਾ ਆਣਾ ਜੀ, ਨਾ ਤੁਹਾਡਾ ਹੋਰ ਅੱਗੇ ਕੋਈ ਫਿਊਚਰ ਵੇਖਣਾ। ਬਿਲਕੁਲ। ਸੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਪਣੀ ਫੀਸ ਫੰਡ ਖੁਦ ਤੁਸੀਂ ਆਪ ਅਰੇਂਜ ਕਰੋ, ਆਪ ਪੇ ਕਰੋ। ਸੋ ਪੈਕੇਜ ਸਿਸਟਮ ਦੇ ਵਿੱਚ ਆਪਣੀ ਫਾਈਲ ਨੂੰ ਤੇ ਆਪਣੇ ਸਮੇਂ ਨੂੰ ਖਰਾਬ ਨਾ ਕਰੋ, ਕਿਉਂਕਿ ਦੇਖੋ ਜਿਹੜਾ ਵੀ ਪੈਸਾ ਤੁਸੀਂ ਜਿਹਨੂੰ ਵੀ ਦੇਣਾ, ਸੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਨੂੰ ਕੈਸ਼ ਤਾਂ ਦਿੰਦੇ ਨਹੀਂ ਜਾਂ ਕਿਸੇ ਨੂੰ ਅਕਾਊਂਟ 'ਚ ਜਾਂ ਚੈੱਕ 'ਚ ਹੀ ਦਿੰਦੇ ਹੁੰਦੇ ਹੋ ਪੇਮੈਂਟ। ਸੋ ਉਹ ਤੁਹਾਡੇ ਕੋਲ ਸਬੂਤ ਹੁੰਦਾ। ਅੱਜ ਤੁਹਾਡਾ ਕੋਈ ਵੀ ਏਜੰਟ ਜਾਂ ਕੋਈ ਵੀ ਕੰਪਨੀ ਤੁਹਾਡਾ 1 ਰੁਪਏ ਦਾ ਨੁਕਸਾਨ ਨਹੀਂ ਕਰ ਸਕਦਾ, ਨਾ ਤੁਹਾਡੇ ਨਾਲ ਕੋਈ 1-2 ਰੁਪਏ ਦੀ ਠੱਗੀ ਕਰ ਸਕਦਾ, ਕਿਉਂਕਿ ਅੱਜ ਸਾਰਾ ਕੁਝ ਆਨਲਾਈਨ ਆ। ਤੁਸੀਂ ਕਿਸੇ ਨੂੰ ਵੀ ਪੈਸੇ ਵੀ ਪਾਉਂਦੇ ਹੋ, ਤੁਸੀਂ ਆਨਲਾਈਨ ਪੈਸੇ ਪਾਉਂਦੇ ਹੋ ਜਾਂ ਚੈੱਕ ਦੇ ਦੁਆਰਾ ਪੇਮੈਂਟ ਦਿੰਦੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਠੱਗੀਆਂ ਜਾਂ ਪੈਸੇ ਖਰਾਬ ਹੁੰਦੇ ਸੀ, ਉਹ ਸਿਸਟਮ ਬੰਦ ਹੋ ਗਿਆ। ਅੱਜ ਪੰਜਾਬ ਸਰਕਾਰ ਨੇ ਹਰ ਇੱਕ ਕੰਪਨੀਜ਼ ਨੂੰ ਨਾਲ ਇੱਕ ਲਾਇਸੈਂਸ ਇਸ਼ੂ ਕਰੇ ਗਏ ਨੇ। ਬਿਨਾਂ ਲਾਇਸੈਂਸ ਨੰਬਰ ਤੋਂ ਕੋਈ ਵੀ ਫਰਮ ਆਪਣੀ ਕੰਪਨੀ ਨਹੀਂ ਚਲਾ ਸਕਦੀ। ਸੋ ਹੁਣ ਇਹ ਚੀਜ਼ਾਂ ਹੋ ਗਈਆਂ ਨੇ ਪੰਜਾਬ ਦੇ ਵਿੱਚ ਬੰਦ। ਸੋ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ, ਰਿਫਿਊਜ਼ਲ ਲੈਣੀਆਂ ਦਾ ਪੈਕੇਜ ਕਰ ਲਓ। ਬਿਨਾਂ ਪੈਕੇਜ ਤੇ ਤੁਹਾਨੂੰ ਵੀਜ਼ਾ ਮਿਲਣਾ। ਪੈਕੇਜ ਦੇ ਉੱਤੇ ਤੁਹਾਡੀ ਕੋਈ ਫਾਈਲ ਦੇ ਉੱਤੇ ਕੋਈ ਵੀ ਕੰਪਨੀ ਇਨਵੈਸਟਮੈਂਟ ਨਹੀਂ ਕਰਦੀ, ਸਿਰਫ ਇੱਕ ਤੁਹਾਨੂੰ ਬੇਵਕੂਫ ਬਣਾਇਆ ਜਾਂਦਾ। ਉਸ ਤੋਂ ਬਾਅਦ ਤੁਹਾਨੂੰ ਰਿਫਿਊਜ਼ਲ ਦਿੱਤੀ ਜਾਂਦੀ ਆ। ਜਦੋਂ ਤੁਹਾਨੂੰ ਰਿਫਿਊਜ਼ਲ ਦੇਤੀ, ਉਹਨਾਂ ਨੇ ਇੱਕੋ ਹੀ ਗੱਲ ਕਹਿਣੀ, ਅਸੀਂ ਕਿਹੜਾ ਕੋਈ ਪੈਸਾ ਲਿੱਤਾ ਜੀ। ਸੋ ਇਦਾਂ ਦੀਆਂ ਚੀਜ਼ਾਂ ਤੁਹਾਡਾ ਸਮਾਂ ਤੇ ਤੁਹਾਡਾ ਫਿਊਚਰ ਖਰਾਬ ਕਰਤੀਆਂ ਨੇ। ਬਿਲਕੁਲ ਬਿਲਕੁਲ। ਯਾਨੀ ਅਸੀਂ ਇਹ ਮੰਨ ਸਕਦੇ ਹਾਂ ਕਿ ਕੈਨੇਡਾ ਵਿੱਚ ਜਿਹੜਾ ਇੰਨਾ ਜ਼ਿਆਦਾ ਰਿਫਿਊਜ਼ਲ ਰੇਟ ਵੱਧ ਰਿਹਾ, ਉਹ ਕਿਤੇ ਨਾ ਕਿਤੇ ਪੈਕੇਜ ਸਿਸਟਮ ਉਹਦਾ ਜ਼ਿੰਮੇਵਾਰ ਹੈ। ਬਿਲਕੁਲ, ਪੈਕੇਜ ਦਾ ਹੀ ਇੱਕ ਰੋਲਾ ਜੀ। ਜਦੋਂ ਇੱਕ ਕੰਪਨੀ ਨੇ 100 ਫਾਈਲ ਲਗਾਣੀ ਆ, ਸਟੂਡੈਂਟ ਖੁਦ ਆਪ ਫੀਸ ਭਰਦਾ ਪਿਆ ਤੇ ਉਹ ਤਾਂ ਫਿਰ ਦੇਖੋ ਜਿੰਨੀ ਉਹਨੇ ਫੀਸ ਭਰੀ ਆ, ਜਿੰਨੀ ਫਾਈਲਾਂ ਆਈਆਂ ਨੇ ਉਹਨਾਂ ਨੇ ਉਨੀਆਂ ਲਾਣੀਆਂ। ਪੈਕੇਜ ਦੇ ਵਿੱਚ ਕੀ ਹੁੰਦਾ, ਸਟੂਡੈਂਟ ਕਹਿੰਦਾ ਮੈਂ ਕਿਹੜਾ ਜੀ ਕੋਈ ਪੈਸਾ ਦੇਣਾ, ਪਹਿਲਾਂ ਜਦੋਂ ਵੀਜ਼ਾ ਆ ਗਿਆ ਉਦੋਂ ਦੇਈਦਾ। ਏਦਾਂ ਇਹ ਪੈਕੇਜ ਦੇ ਨਾਂ ਦੇ ਉੱਤੇ ਫਾਈਲਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ। ਜਦੋਂ 1000 ਫਾਈਲ ਲਗਾਤੀ ਜਾਂ ਹਜ਼ਾਰਾਂ ਚੋਂ 2-3 ਦਾ ਵੀ ਵੀਜ਼ਾ ਆ ਗਿਆ, ਕਿ ਕੰਪਨੀ ਦਾ ਤਾਂ ਫਾਇਦਾ ਹੋ ਗਿਆ ਨਾ, ਬਾਕੀਆਂ ਦਾ ਤਾਂ ਨੁਕਸਾਨ ਹੋ ਗਿਆ। ਸੋ ਹੈੱਡਕੁਆਟਰ ਕਿਸੇ ਦਾ ਨੁਕਸਾਨ ਕਰਨ ਨਹੀਂ ਬੈਠਿਆ, ਅਸੀਂ ਆਪਣਾ ਬਿਜ਼ਨਸ ਵੀ ਕਰਨਾ, ਅਸੀਂ ਤੁਹਾਨੂੰ ਵੀਜ਼ਾ ਵੀ ਲੈ ਕੇ ਦੇਣਾ। ਕਿਉਂਕਿ ਜਦੋਂ ਅਸੀਂ ਅੱਛਾ ਕੰਮ ਕਰਦੇ ਪਏ ਆ, ਸੋ ਸਾਡੇ ਵੀਜ਼ੇ ਆ ਰਹੇ ਨੇ। ਤੁਸੀਂ ਹਰ ਇੱਕ ਸ਼ੋਅ ਦੇ ਵਿੱਚ ਵੀਜ਼ੇ ਵੇਖਦੇ ਹੁੰਦੇ ਹੋ। ਸੋ ਇਹ ਚੀਜ਼ਾਂ ਨੇ ਕਿ ਪੈਕੇਜ ਦੇ ਉੱਤੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਕਿ ਮੈਂ ਤੁਹਾਡੇ ਕੇਸ ਦੇ ਉੱਤੇ ਪਹਿਲਾਂ ਨਹੀਂ ਇਨਵੈਸਟਮੈਂਟ ਕਰ ਸਕਦਾ, ਕਿਉਂਕਿ ਮੇਰੇ ਕੋਲ ਬਜਟ ਨਹੀਂ ਹੈਗਾ ਇੰਨਾ ਇਨਵੈਸਟਮੈਂਟ ਕਰਨ ਦਾ। ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ, ਤੁਸੀਂ ਆਪਣੀ ਖੁਦ ਦੀ ਫੀਸ ਭਰੋ ਤੇ ਆਪਣਾ ਵੀਜ਼ਾ ਲਓ। ਜਦੋਂ ਪੈਕੇਜ ਤੁਸੀਂ ਕਰੋਗੇ, ਕੋਈ ਵੀ ਏਜੰਟ ਆ ਤੁਹਾਡੀ ਫੀਸ ਨਹੀਂ ਭਰਦਾ, ਉਹ ਤੁਹਾਨੂੰ ਸਿਰਫ ਇੱਕ ਬੇਵਕੂਫ ਬਣਾ ਰਿਹਾ। ਸੋ ਇਹ ਚੀਜ਼ ਨੂੰ ਤੁਸੀਂ ਸੋਚੋ, ਕਿਉਂਕਿ ਇੱਕ ਕੰਪਨੀ ਆ, ਜਿਹੜੀ ਕੰਪਨੀ ਚੱਲਦੀ ਵੀ ਆ, ਜਿਹੜਾ ਏਜੰਟ ਵੀ ਆ, ਉਹ ਕਿੰਨਾ ਕੁ ਇਨਵੈਸਟਮੈਂਟ ਕਰ ਦੂਗਾ? ਬਿਲਕੁਲ ਇੰਨੀ ਨਹੀਂ ਕੋਈ ਕਰ ਸਕਦਾ, ਕਿਉਂਕਿ ਹਰ ਇੱਕ ਬੰਦੇ ਦਾ ਦੇਖੋ ਬਿਜ਼ਨਸ ਹੁੰਦਾ। ਹੁਣ ਵੀਜ਼ੇ ਆਉਣ ਤੋਂ ਬਾਅਦ ਸਾਨੂੰ ਕੁਝ ਕਮਿਸ਼ਨ ਆਉਂਦੀ ਆ ਕਾਲਜ ਚੋਂ, ਠੀਕ ਹੈ, ਬਟ ਹੁਣ ਜਦੋਂ ਆਪਾਂ ਪੈਕੇਜ ਕਰ ਦਈਏ, ਪਹਿਲਾਂ ਪੈਸੇ ਲਾ ਦਈਏ ਜੀ, ਬਾਅਦ ਚ ਕਹੀਏ ਅਸੀਂ ਪੈਸੇ ਲਵਾਂਗੇ ਵੀਜ਼ੇ ਤੋਂ ਬਾਅਦ, ਉਹ ਸਿਰਫ ਇੱਕ ਫਾਈਲ ਇਕੱਠੀ ਕਰਨ ਦਾ ਤਰੀਕਾ। ਅੱਜ ਆਸਟ੍ਰੇਲੀਆ ਵੀਜ਼ਾ ਦੇਣ ਦੇ ਮੋਡ ਦੇ ਵਿੱਚ ਆ, ਉਹਨਾਂ ਨੇ ਰਿਕੁਆਇਰਮੈਂਟ ਬਣਾਤੀ ਆ ਕਿ ਆਹ ਕੰਡੀਸ਼ਨ ਨੇ, ਇਹਨੂੰ ਫੋਲੋ ਕਰੋ ਤੇ ਤੁਸੀਂ ਵੀਜ਼ਾ ਲਓ। ਹੁਣ ਆਸਟ੍ਰੇਲੀਆ 'ਚ ਜਾਲੀ ਫੰਡ ਵੀ ਲੱਗਦੇ ਪਏ ਨੇ ਤੇ ਹੁਣ ਪੈਕੇਜ ਵੀ ਸ਼ੁਰੂ ਹੋ ਜਾਊਗਾ ਜੀ, ਫਿਰ ਉਹ ਸਾਰਾ ਸਿਸਟਮ ਖਰਾਬ ਹੋ ਜਾਊਗਾ। ਕਿਉਂਕਿ ਆਪਾਂ ਖੁਦ ਆਪ ਹੀ ਕੰਟਰੀ ਨੂੰ ਨੈਗੇਟਿਵ ਕਰਦੇ ਆ ਆਪਣੇ ਪ੍ਰਤੀ। ਜਦੋਂ ਤੁਸੀਂ ਸਹੀ ਤਰੀਕੇ ਨਾਲ ਫਾਈਲ ਲਗਾ ਰਹੇ ਹੋ, ਸਹੀ ਚੀਜ਼ਾਂ ਦੇ ਰਹੇ ਹੋ, ਕੰਟਰੀ ਤੁਹਾਨੂੰ ਵੀਜ਼ਾ ਦੇਊਗੀ। ਜਦੋਂ ਉਹਨੂੰ ਵੀਜ਼ਾ ਲੈਣ ਦੀ ਕੋਸ਼ਿਸ਼ ਕਰੋਗੇ ਨਾ, ਗਲਤ ਡਾਕੂਮੈਂਟ ਜਾਂ ਗਲਤ ਫੰਡ ਲਾ ਕੇ, ਤੁਹਾਨੂੰ ਵੀਜ਼ਾ ਨਹੀਂ ਮਿਲੂਗਾ।
ਫਿਰ ਮਿਲੂਗੀ ਰਿਫਿਊਜ਼ਲ। ਬਿਲਕੁਲ ਬਿਲਕੁਲ ਸਹੀ ਕਿਹਾ, ਕਿਉਂਕਿ ਅਸੀਂ ਆਲਰੇਡੀ ਪਹਿਲਾਂ ਜਾਣਦੇ ਹਾਂ ਕਿ ਆਸਟ੍ਰੇਲੀਆ ਵਿੱਚ ਫਰਾਡ ਡਾਕੂਮੈਂਟਸ ਲਗਾਉਣ ਕਰਕੇ ਕਿੰਨੀ ਜ਼ਿਆਦਾ ਵੈਰੀਫਿਕੇਸ਼ਨ ਵੱਧ ਚੁੱਕੀ ਹੈ ਸਾਡੇ ਸਟੂਡੈਂਟਸ ਦੀ। ਸੋ ਅਗਰ ਇਸ ਤਰ੍ਹਾਂ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਤਾਂ ਅੱਗੋਂ ਜਿਹੜੇ ਸਟੂਡੈਂਟਸ ਨੇ ਫਾਈਲ ਲਗਾਣੀ ਹੈ, ਅੱਗੋਂ ਆਪਣਾ ਫਿਊਚਰ ਜੋ ਆਸਟ੍ਰੇਲੀਆ ਵਿੱਚ ਦੇਖਣਾ ਚਾਹ ਰਹੇ ਨੇ, ਉਹਨਾਂ ਲਈ ਵਾਕਈ ਹਰਡਲਸ ਕ੍ਰੀਏਟ ਹੋ ਹੀ ਜਾਣਗੀਆਂ। ਸੋ ਇਹਨਾਂ ਸਭ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਚਾਹੇ ਕਿ ਕੰਸਲਟੈਂਟਸ ਨੇ, ਏਜੰਟਸ ਨੇ, ਸਟੂਡੈਂਟਸ ਨੇ, ਪੇਰੈਂਟਸ ਨੇ, ਸਭ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਕੇ ਜੈਨੂਇਨ ਵੇ ਦੇ ਨਾਲ ਹੀ ਅਪਲਾਈ ਕਰਨਾ ਚਾਹੀਦਾ, ਤਾਂ ਕਿ ਸਹੀ ਰਸਤੇ ਤੇ ਵਧਦੇ ਹੋਏ ਕੌਨਫੀਡੈਂਸ ਦੇ ਨਾਲ ਤੁਸੀਂ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਸਕੋ। ਸੋ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਰਹੀ ਹਾਂ ਕਿ ਵਰਕ ਪਰਮਿਟ ਨੂੰ ਲੈ ਕੇ, ਨਿਊ ਗਾਈਡਲਾਈਨਸ ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਅਗਰ ਇੱਕ ਡਾਊਟ, ਕਿਉਂਕਿ ਇੱਕ ਸੀਗਾ ਕਿ ਪਹਿਲਾਂ 40 ਆਵਰਸ ਨੇ ਅਨਲਿਮਿਟਿਡ ਟਾਈਮ ਮੰਨਿਆ ਜਾ ਰਿਹਾ ਸੀ ਸਟੂਡੈਂਟ ਨੂੰ, ਸੀ ਅਸੀਂ ਬਹੁਤ ਜ਼ਿਆਦਾ ਅਰਨ ਕਰ ਸਕਦੇ ਹਾਂ, ਪਰ ਕਿਤੇ ਨਾ ਕਿਤੇ ਹੁਣ ਕੀ ਹੈ ਫੈਕਟਰ ਸਟੂਡੈਂਟਸ ਦੇ ਮਾਈਂਡ ਵਿੱਚ ਨਹੀਂ ਆ ਜਾਏਗਾ ਫੈਕਟ ਕਿ ਬਈ ਹੁਣ ਅਸੀਂ ਜਾਵਾਂਗੇ ਸ਼ਾਇਦ ਅਸੀਂ ਉਹਨਾਂ ਕੰਮ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ, ਕਿਉਂਕਿ PR ਨੂੰ ਲੈ ਕੇ ਵੀ ਸਵਾਲ ਅਕਸਰ ਬੱਚਿਆਂ ਦੇ ਮਨ 'ਚ ਰਹਿੰਦਾ ਹੀ ਹੈ। ਦੇਖੋ ਕੀ ਆ, ਜਦੋਂ ਇੱਕ ਕੇਸ ਆਉਂਦਾ ਨਾ ਸਾਡੇ ਕੋਲ, ਕੋਈ ਵੀ ਸਟੂਡੈਂਟ ਦੀ ਫਰੈਸ਼ ਫਾਈਲ ਆ ਜਾਂ ਕੋਈ ਰਿਫਿਊਜ਼ ਲੱਗੀ ਹੋਈ ਆ, ਕਿਉਂਕਿ ਕੰਪਨੀ ਦਾ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ, ਅਸੀਂ ਵੀਜ਼ਾ ਤਾਂ ਲੈਣਾ ਹੀ ਆ ਬਟ ਉਹਦੀ PR ਤੱਕ ਦੀ ਅਸੈਸਮੈਂਟ ਕਰ ਦਿੰਦੇ ਆ। ਹੁਣ ਕੁਝ ਸਟੂਡੈਂਟਸ ਨੇ ਜਿਹੜੇ ਕੈਨੇਡਾ ਦੇ ਵਿੱਚ 1 ਸਾਲ ਦੀ ਸਟੱਡੀ ਤੇ PR ਹੋ ਜਾਂਦੇ ਨੇ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕੁਝ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਜਾ ਰਹੇ ਨੇ, ਜਿਨ੍ਹਾਂ ਦਾ ਅਸੀਂ ਵੀਜ਼ਾ ਅਪਲਾਈ ਕਰਨਾ, ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਉਹਨਾਂ ਨੂੰ PR ਦੀ ਵੀ ਸਲਾਹ ਦਿੱਤੀ ਜਾਂਦੀ ਆ ਕਿ ਇਹ ਕੋਰਸ ਲਓ, ਇੰਨੇ ਟਾਈਮ ਵਰਕ ਕਰੋ, ਇੰਨੇ ਟਾਈਮ 'ਚ ਤੁਸੀਂ PR ਲੈ ਸਕਦੇ ਹੋ। ਦੇਖੋ PR ਜਦੋਂ ਤੁਸੀਂ ਆਪਣਾ 5 ਸਾਲ ਕਿਸੇ ਵੀ ਕੰਟਰੀ 'ਚ ਲਗਾਤੇ ਨਾ, ਜੇ ਆਸਟ੍ਰੇਲੀਆ 'ਚ ਹਜੇ ਤੁਹਾਨੂੰ PR ਨਹੀਂ ਮਿਲਦੀ ਪਈ ਤਾਂ PR ਅਪਲਾਈ ਕਰਨ ਤੋਂ ਪਹਿਲਾਂ ਟੈਂਪਰੇਰੀ ਰੈਜ਼ੀਡੈਂਸੀ ਅਪਲਾਈ ਕਰ ਦਿਓ, TRC ਕਾਰਡ। ਜਦੋਂ ਤੁਸੀਂ TRC ਕਾਰਡ ਲੈ ਲਿਆ ਤਾਂ ਪਰਮਾ ਰੈਜ਼ੀਡੈਂਸੀ ਤੁਹਾਨੂੰ ਈਜ਼ੀਲੀ ਮਿਲ ਜਾਂਦੀ ਹੁੰਦੀ ਆ, ਕਿਉਂਕਿ ਹਰ ਇੱਕ ਵੀਜ਼ੇ ਦੇ ਵਿੱਚ ਪੜ੍ਹਾਈ ਦਾ ਵੀਜ਼ਾ ਅਪਲਾਈ ਕਰ ਰਹੇ ਹੋ, ਉਹਦੇ ਨਾਲ ਨਾਲ ਤੁਹਾਨੂੰ ਸਟੱਡੀ ਦੀ ਵੀ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ, ਵਰਕ ਦੀ ਵੀ ਦਿੰਦੇ ਹਾਂ, ਐਂਡ ਤੁਸੀਂ ਕਿੱਦਾਂ PR ਹੋਵੋਗੇ ਤੁਹਾਨੂੰ ਉਸ ਚੀਜ਼ ਬਾਰੇ ਵੀ ਦੱਸਿਆ ਜਾਂਦਾ। ਕਿਉਂਕਿ ਕੋਈ ਵੀ ਫਾਈਲ ਆ ਅਸੀਂ ਉਸ ਤਰੀਕੇ ਨਾਲ ਉਸ ਲੋਕੇਸ਼ਨ 'ਚ ਸਬਮਿਟ ਕਰਵਾਉਂਦੇ ਆ ਜਿੱਥੇ ਇਹਨੂੰ PR ਵੀ ਟਾਈਮ ਨਾਲ ਮਿਲ ਜੇ ਐਂਡ ਵੀਜ਼ਾ ਵੀ ਟਾਈਮ ਨਾਲ ਮਿਲ ਜੇ। ਇਹ ਨਹੀਂ ਆ ਕਿ ਕੱਲਾ ਵੀਜ਼ਾ ਲੈਤਾ ਜੀ PR ਤੁਹਾਡੀ ਮਰਜ਼ੀ ਆ, ਨਹੀਂ। ਤੁਹਾਨੂੰ ਵੀਜ਼ੇ ਤੋਂ ਬਾਅਦ ਜਦੋਂ ਤੁਸੀਂ PR ਅਪਲਾਈ ਕਰਨੀ ਆ ਉਦੋਂ ਤੱਕ ਅਸੀਂ ਡੀਲ ਕਰਦੇ ਹੁੰਦੇ ਆ। ਹੁਣ ਮੈਂ ਕੈਨੇਡਾ ਦੇ ਵਿੱਚ ਕੁਝ ਸਟੂਡੈਂਟਸ PR ਕਰਾ ਕੇ ਹਟਿਆ ਜੀ। ਹੁਣ ਕੁਝ ਸਟੂਡੈਂਟਸ ਦੀ ਮੇਰੇ ਕੋਲ ਆਸਟ੍ਰੇਲੀਆ ਦੀ PR ਦੀ ਐਪਲੀਕੇਸ਼ਨ ਆਈਆਂ ਨੇ, ਸੋ ਉਹ ਰੈਡੀ ਕਰਦੇ ਪਏ ਨੇ। ਸੋ ਐਦਾਂ ਦੀਆਂ ਚੀਜ਼ਾਂ ਨੇ। ਦੇਖੋ ਸਾਡੀ ਜਿਹੜੀ ਵਰਕਿੰਗ ਆ, ਤੁਹਾਨੂੰ ਉੱਥੇ ਭੇਜਣ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਜੁੜੇ ਰਹਿੰਦੇ ਹਾਂ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਸੋ ਕੰਪਨੀ ਤੁਹਾਡੇ ਨਾਲ ਖੜੀ ਆ। ਜੀ ਜੀ ਜੀ, ਤੁਹਾਨੂੰ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਮਿਲਦੀ ਹੁੰਦੀ ਆ ਤੇ ਹਰ ਇੱਕ ਟਾਈਮ ਤੁਹਾਡੇ ਨਾਲ ਅਸੀਂ ਕੋਈ ਵੀ ਪ੍ਰੋਬਲਮ ਹੁੰਦੀ ਆ ਤੁਹਾਡੇ ਨਾਲ ਅਸੀਂ ਖੜਦੇ ਹੁੰਦੇ ਆ। ਜੀ 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 ਬਿਲਕੁਲ। ਤੇ ਸਮਾਂ ਭਾਵੇਂ ਸਾਡੇ ਕੋਲ ਘੱਟ ਹੈ ਪਰ ਫਿਰ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਆਸਟ੍ਰੇਲੀਆ ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰ ਚੁੱਕੇ ਨੇ, ਕਿੰਨਾ ਕੁ ਪ੍ਰੋਸੈਸਿੰਗ ਪੀਰੀਅਡ ਚੱਲ ਰਿਹਾ, ਕਿੰਨਾ ਟਾਈਮ ਚੱਲ ਰਿਹਾ, ਕਿੰਨੇ ਕੁ ਟਾਈਮ ਬਾਅਦ ਰਿਜ਼ਲਟ ਆ ਰਹੇ ਨੇ ਹਲੇ? ਦੇਖੋ ਕੁਝ ਸਟੂਡੈਂਟਸ ਨੇ ਜਿਨ੍ਹਾਂ ਦੀ ਫਾਈਲ ਆਸਟ੍ਰੇਲੀਆ 'ਚ ਲੱਗ ਗਈ ਆ। ਮੰਨ ਲਓ ਹੁਣ ਇੱਕ ਸਟੂਡੈਂਟ ਸੀ, ਉਹਦੇ ਸਤੰਬਰ 19 ਦੀ ਕਲਾਸਾਂ ਸੀਗੀਆਂ, ਠੀਕ ਹੈ, ਉਹਦੇ ਏਜੰਟ ਨੇ ਉਹਦੀ ਫਾਈਲ ਨੂੰ 28 ਅਗਸਤ ਨੂੰ ਸਬਮਿਟ ਕਰਾਇਆ ਐਮਬੈਸੀ ਦੇ ਵਿੱਚ, ਓਕੇ, ਤੇ 5 ਸਤੰਬਰ ਨੂੰ ਉਹਦਾ ਮੈਡੀਕਲ ਹੋਇਆ। ਮੇਰੇ ਕੋਲ ਸਟੂਡੈਂਟਸ ਆਏ ਸੀ, ਸੋ ਕਹਿ ਰਿਹਾ ਸੀਗਾ ਵੀ ਸਰ ਮੈਂ ਉੱਥੇ ਅਪਲਾਈ ਕਰ ਚੁੱਕਿਆ ਜੀ, ਮੈਨੂੰ ਨਹੀਂ ਲੱਗਦਾ ਕਿ ਮੇਰਾ ਉੱਥੋਂ ਵੀਜ਼ਾ ਆ ਜਾਊਗਾ। ਉਹਨੇ ਦੱਸਿਆ ਕਿ ਸਰ 28 ਤਰੀਕ ਨੂੰ ਮੇਰੀ ਫਾਈਲ ਲੱਗੀ ਹੈ, 5 ਤਰੀਕ ਨੂੰ ਮੇਰਾ ਮੈਡੀਕਲ ਹੋਇਆ ਜੀ, 19 ਸਤੰਬਰ ਨੂੰ ਮੇਰੀ ਕਲਾਸਾਂ ਨੇ, ਉਹਦਾ ਵੀਜ਼ਾ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਾਰਨ ਇਹ ਆ ਕਿ ਅੰਬੈਸੀ ਨੂੰ ਟਾਈਮ ਹੀ ਨਹੀਂ ਦਿੱਤਾ ਉਹਨਾਂ ਨੇ। ਦੇਖੋ ਅੰਬੈਸੀ ਨੇ ਫਾਈਲ ਚੈੱਕ ਕਰਨੀ ਆ, ਤੁਹਾਡੇ ਹਰ ਇੱਕ ਡਾਕੂਮੈਂਟ ਵੈਰੀਫਿਕੇਸ਼ਨ ਕਰਨੇ ਆ। ਜਦੋਂ ਉਹਨੂੰ ਸਮਾਂ ਹੀ ਤੁਸੀਂ ਅੰਬੈਸੀ ਨੂੰ 10 ਦਿਨਾਂ ਦਾ ਦੇ ਰਹੇ ਹੋ ਤਾਂ ਕਿੱਦਾਂ ਤੁਹਾਨੂੰ ਵੀਜ਼ਾ ਦੇ ਦੇਣਗੇ? ਜਦੋਂ ਵੀ ਕਦੇ ਵੀ ਕਿਸੇ ਵੀ ਇਨਟੇਕ 'ਚ ਪੜ੍ਹਨ ਜਾਣਾ ਚਾਹੁੰਦੇ ਹੋ 2-3 ਮਹੀਨੇ ਪਹਿਲਾਂ ਹਰ ਇੱਕ ਕੰਟਰੀ ਦੇ ਵਿੱਚ ਫਾਈਲ ਲਗਾਓ, ਕਿਉਂਕਿ ਉਹ ਜਿਹੜੀ ਕੰਪਨੀ ਆ ਜਾਂ ਜਿਹੜੀ ਕੰਟਰੀ ਆ ਉਹਨੂੰ ਇੱਕ ਸਮਾਂ ਮਿਲ ਸਕੇ, ਤੁਹਾਡੇ ਵੀਜ਼ਾ ਆਫਿਸਰ ਨੂੰ ਸਮਾਂ ਮਿਲ ਸਕੇ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਦਾ। ਜੀ ਜੀ, ਸੋ ਇਹ ਚੀਜ਼ਾਂ ਨੇ। ਕਦੇ ਵੀ ਫਾਈਲ ਲਗਾ ਰਹੇ ਹੋ ਇਨਟੇਕ ਤੋਂ 2-3 ਮਹੀਨੇ ਪਹਿਲਾਂ ਫਾਈਲ ਲਗਾਓ ਕਿਸੇ ਵੀ ਕੰਟਰੀ ਦੇ ਵਿੱਚ। ਜੀ ਬਿਲਕੁਲ। ਸੋ ਸਮਝਦਾਰੀ ਇਸੇ ਵਿੱਚ ਹੁੰਦੀ ਹੈ ਕਿ ਤੁਸੀਂ ਪੂਰਾ ਸਹੀ ਟਾਈਮ ਇਨਟੇਕ ਤੋਂ 2-3 ਮਹੀਨੇ ਪਹਿਲਾਂ ਆਪਣੀ ਤਿਆਰੀ ਸ਼ੁਰੂ ਕਰ ਦਿਓ ਤਾਂ ਕਿ ਜਲਦਬਾਜ਼ੀ ਵਿੱਚ ਕੋਈ ਗਲਤੀ ਨਾ ਹੋ ਜਾਏ, ਰਿਫਿਊਜ਼ਲ ਤੁਹਾਨੂੰ ਫੇਸ ਨਾ ਕਰਨੀ ਪਏ। ਤੇ ਉਮੀਦ ਕਰਦੇ ਹਾਂ ਅੱਜ ਦੇ ਸ਼ੋਅ ਵਿੱਚ ਜਿੰਨੀਆਂ ਵੀ ਆਪਾਂ ਗੱਲਾਂ ਕੀਤੀਆਂ ਨੇ ਤੁਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੁੱਕੋਗੇ। ਬਾਕੀ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦਾ ਨੰਬਰ ਜੋ ਹੈ ਲਗਾਤਾਰ ਜੋ ਸ਼ੋਅ ਹੋ ਰਿਹਾ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਇਸ ਨੂੰ ਤੁਸੀਂ ਨੋਟ ਕਰ ਲਓ। ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ, ਇਹਨਾਂ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ,
ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਅਸੈਸਮੈਂਟ ਕਰਵਾਓ ਤੇ ਸਹੀ ਰਸਤਾ ਚੁਣ ਕੇ ਆਪਣਾ ਭਵਿੱਖ ਸੁਨਹਿਰਾ ਬਣਾਓ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਲਈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।